जिस दा आप संगतां ने पाठ सरवण कीता है, धन गुरु अर्जन देव जी का बिलावल राग दे अंदर दर्ज कीता। गुरु ग्रंथ साहिब जी के 814 अंग ते सुभायमान सच्चे सतगुर कृपा करते ने। एहो सागर इस संसार नूं सागर सोई तरे पई। ये संसार सागर तो वही तरदा जो ਜਿਹੜਾ हरि अकाल पुरख वाहिगुरू दे गुण गायन करता है। सागर ਉਹਨੂੰ ਆਖਿਆ ਜਾਂਦਾ ਜਿੱਥੇ ਪਾਣੀ ਦੀ ਬਤਾਤ ਹੋਵੇ, ਪਾਣੀ ਹੋਵੇ, ਉਸ ਨੂੰ ਤਰਨ ਦੇ ਲਈ ਫਿਰ ਕੋਈ ਨਾ ਕੋਈ ਸਾਧਨ ਚਾਹੀਦਾ। ਬਿਨਾਂ ਸਾਧਨ ਤੋਂ ਸਾਗਰ ਚੋਂ ਨਹੀਂ ਤਰਿਆ ਜਾਂਦਾ। ਸਾਧਨ ਹੈ ਜਿਹੜਾ ਉਹਨੂੰ ਤੁਲਾ ਆਖ ਸਕਦੇ ਹਾਂ, ਸਾਧਨ ਨੂੰ ਬੇੜੀ ਆਖ ਸਕਦੇ ਹਾਂ, ਬੇੜਾ ਆਖ ਸਕਦੇ ਹਾਂ। ਅੱਜ ਕੱਲ੍ਹ ਭਾਈ ਸਮੁੰਦਰੀ ਜਹਾਜ਼ ਵੀ ਬਣੇ ਹੋਏ ਨੇ ਸਾਗਰਾਂ ਦੇ ਵਿੱਚ, ਜਿਹੜੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਦੇ ਵਿੱਚ ਲੈ ਜਾਂਦੇ ਨੇ। ਜਿਵੇਂ ਵੇਖੋ ਇਸ ਸਾਗਰ ਨੂੰ ਤਰਨ ਦੇ ਲਈ ਸਾਨੂੰ ਆਸਰੇ ਦੀ ਲੋੜ ਹੈ। ਆਸਰੇ ਤੋਂ ਬਿਨਾਂ ਇਤਨਾ ਵਿਸ਼ਾਲ ਸਾਗਰ ਅਸੀਂ ਨਹੀਂ ਤਰ ਸਕਦੇ। ਉਸੇ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਜੀ ਸਾਨੂੰ ਇਸ ਦ੍ਰਿਸ਼ਟਾਂਤ ਦੇ ਨਾਲ ਦੱਸਦੇ ਨੇ ਵੀ ਸੱਚੇ ਸਤਿਗੁਰ ਗੁਰੂ ਨਾਨਕ ਦੇਵ ਜੀ ਦਾ ਬਖਸ਼ਿਸ਼ ਕੀਤਾ ਹੋਇਆ ਵਾਹਿਗੁਰੂ ਗੁਰਮੰਤਰ ਹੈ ਜਿਹੜਾ ਇਹ ਜਹਾਜ਼ ਹੈ। ਤੇ ਵਾਹਿਗੁਰੂ ਗੁਰਮੰਤਰ ਦੇ ਨਾਲ ਜੁੜਿਆ ਹਰੀ ਪਰਮਾਤਮਾ ਦੇ ਗੁਣ ਗਾਇਨ ਕੀਤਿਆਂ ਇਸ ਸੰਸਾਰ ਸਾਗਰ ਤੋਂ ਵੀ ਤਰਿਆ ਜਾ ਸਕਦਾ ਹੈ ਜੀ। ਸਾਧ ਸੰਗਤ ਕੈ ਸੰਗ ਵਸੈ ਬੜ ਭਾਗੀ ਪਾਏ। ਸਤ ਸੰਗਤ ਜਿਹੜੀ ਇਹ ਵਾੜ ਹੈ, ਇਕੱਲਾ ਮਨੁੱਖ ਜਿਹੜਾ ਇਕੱਲਾ ਮਨੁੱਖ ਆਪਣੇ ਅੰਦਰ ਕਈ ਵਾਰੀ ਬੁਰਾਈਆਂ ਨੂੰ ਜਨਮ ਦੇ ਦਿੰਦਾ ਹੈ। ਤੇ ਸੰਗਤ ਜਿਹੜੀ ਇਹ ਵਾੜ ਹੈ, ਜਦੋਂ ਸੰਗਤ ਦੇ ਵਿੱਚ ਰਹੇਗਾ ਤੇ ਜੇ ਮਨ ਦੇ ਵਿੱਚ ਕੋਈ ਬੁਰਾਈ ਵੀ ਆ ਗਈ ਹੈ ਨਾ, ਫਿਰ ਸੰਗਤ ਰੂਪੀ ਵਾੜ ਦੇ ਨਾਲ ਉਹ ਬੁਰਾ ਕਰਮ ਹੈ ਜਿਹੜਾ ਉਹਦੇ ਤੋਂ ਬਚਿਆ ਜਾ ਸਕਦਾ ਹੈ। ਤਾਂ ਤੇ ਧੰਨ ਗੁਰਬਾਣੀ ਦੇ ਅੰਦਰ ਸੰਗਤ ਦੀ ਵੱਡੀ ਵਡਿਆਈ ਕੀਤੀ ਹੈ। ਦੂਜਾ, ਸੰਗਤ ਗੁਰੂ ਮਹਾਰਾਜ ਜੀ ਦੀ ਜਮਾਤ ਹੈ। ਸੱਚੇ ਸਤਿਗੁਰ ਦੀ ਇਹ ਕਲਾਸ ਹੈ। ਜਿਵੇਂ ਅਸੀਂ ਜਮਾਤ ਦੇ ਵਿੱਚ ਕਲਾਸ ਦੇ ਵਿੱਚ ਆਣ ਕੇ ਬੈਠ ਕੇ ਆਪਣੇ ਵਿਸ਼ੇ ਦੇ ਉੱਪਰ ਗਿਆਨ ਦੀ ਪ੍ਰਾਪਤੀ ਕਰਦੇ ਹਾਂ, ਉਸੇ ਤਰ੍ਹਾਂ ਸਤ ਸੰਗਤ ਦੇ ਅੰਦਰ ਆਣ ਕੇ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਦਾ ਜਿਹੜਾ ਵਿਸ਼ਾ ਹੈ ਉਸ ਦੀ ਸਾਨੂੰ ਸੋਝੀ ਗਿਆਨ ਪ੍ਰਾਪਤ ਹੁੰਦਾ ਹੈ। ਤਾਂ ਤੇ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਵੀ ਇਹ ਗੁਰਮੁਖ ਪਿਆਰਿਆ, ਜਿਹੜਾ ਗੁਰਮੁਖ ਪਿਆਰਾ ਸਤ ਸੰਗਤ ਦੇ ਵਿੱਚ ਵਸ ਜਾਂਦਾ ਨਾ, ਵੱਡ ਭਾਗੀ ਪਾਏ, ਉਹ ਵੱਡੇ ਭਾਗਾਂ ਵਾਲਾ। ਇਹ ਸਤ ਸੰਗਤ ਹੈ ਜਿਹੜੀ ਇਹ ਵੱਡੇ ਭਾਗਾਂ ਵਾਲੇ ਗੁਰਮੁਖ ਪਿਆਰੇ ਨੂੰ ਪ੍ਰਾਪਤ ਹੁੰਦੀ ਹੈ ਜੀ। ਸੁਨ ਸੁਨ ਜੀਵੈ ਦਾਸ ਤੁਮ ਬਾਣੀ ਜਨ ਆਖੀ। ਅੱਗੇ ਧੰਨ ਗੁਰੂ ਮਹਾਰਾਜ ਜੀ ਰੋ ਵਾਲੀਆਂ ਤੁਕਾਂ ਦੇ ਵਿੱਚ ਕਿਰਪਾ ਕਰਦੇ ਨੇ। ਤੇਰੇ ਜਿਹੜੇ ਦਾਸ ਨੇ ਨਾ, ਹੇ ਮੇਰੇ ਪ੍ਰਭੂ ਪਰਮਾਤਮਾ ਸੱਚੇ ਸਤਿਗੁਰ ਜੀ, ਉਹ ਆਪ ਜੀ ਦੀ ਬਾਣੀ ਜੋ ਆਪ ਜੀ ਨੇ ਗੁਰਸਿੱਖਾਂ ਨੂੰ ਗਿਆਨ ਦੇਣ ਦੇ ਲਈ ਉਚਾਰਨ ਕੀਤੀ, ਇਸ ਨੂੰ ਸੁਣ ਸੁਣ ਕੇ ਆਪਣਾ ਜੀਵਨ ਹੈ ਜਿਹੜਾ ਇਸ ਨੂੰ ਜਿਉਣਾ ਕਰਦੇ ਨੇ। ਸੁਣ ਸੁਣ ਜੀਵੇ ਦਾਸ ਤੁਮ ਦਾ ਅਰਥ ਹੈ ਤੁਹਾਡੇ, ਹੇ ਮੇਰੇ ਪਰਮਾਤਮਾ, ਹੇ ਮੇਰੇ ਵਾਹਿਗੁਰੂ ਜੀ, ਜਿਹੜੇ ਆਪ ਜੀ ਦੇ ਦਾਸ ਨੇ, ਭਾਵ ਜਿਹੜੇ ਗੁਰਸਿੱਖ ਨੇ। ਸੁਣ ਸੁਣ ਜੀਵੇ, ਧੰਨ ਗੁਰਬਾਣੀ ਨੂੰ ਸੁਣ ਸੁਣ ਕੇ ਉਹਨਾਂ ਦਾ ਜੀਵਨ ਬਣਦਾ ਹੈ, ਉਹ ਜਿਉਂਦੇ ਨੇ। ਬਾਣੀ ਜਨ ਆਖੀ, ਜਿਹੜੀ ਤੁਸੀਂ ਆਪ ਜੀ ਦੇ ਦਾਸਾਂ ਦੇ ਪ੍ਰਤੀ ਉਹਨਾਂ ਨੂੰ ਗਿਆਨ ਦੇਣ ਦੇ ਲਈ ਧੰਨ ਗੁਰਬਾਣੀ ਸਾਨੂੰ ਆਖਣਾ ਕੀਤੀ ਹੈ। ਇਹ ਬਾਣੀ ਸੱਚੇ ਸਤਿਗੁਰ ਦੀ ਹੈ ਤੇ ਇਸ ਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਸਾਨੂੰ ਸਭ ਤੋਂ ਵੱਡੀ ਦਾਤ ਜੋ ਬਖਸ਼ਿਸ਼ ਕੀਤੀ ਹੈ ਉਹ ਇਹ ਹੈ ਕਿ ਆਪਣਾ ਜੀਵਨ ਹੈ ਜਿਹੜਾ ਗੁਰਬਾਣੀ ਦੇ ਅਨੁਸਾਰੀ ਢਾਲ ਕੇ ਅਸੀਂ ਕਿਵੇਂ ਸਫਲ ਕਰਨਾ ਹੈ। ਧੰਨ ਗੁਰੂ ਜੀ ਨੇ ਸਾਨੂੰ ਇਹ ਦੱਸਿਆ ਗੁਰਬਾਣੀ ਦੇ ਨਾਲ ਵੀ ਗੁਰਮੁਖ ਪਿਆਰਿਆ, ਤੂੰ ਆਪਣੇ ਜੀਵਨ ਨੂੰ ਸਫਲ ਕਰਨਾ ਹੈ ਤੇ ਸਫਲ ਕਰਨ ਦਾ ਜਿਹੜਾ ਤਰੀਕਾ ਉਹ ਹੈ। ਜੇ ਆਪਾਂ ਵੇਖੀਏ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਜੀ ਜਿੱਥੇ ਵੀ ਗਏ ਨੇ ਨਾ, ਇਹਨਾਂ ਨੇ ਕਦੀ ਵੀ ਕਿਸੇ ਦੇ ਧਰਮ ਨੂੰ ਪਰਿਵਰਤਨ ਕਰਨ ਦੇ ਲਈ ਉਹਨੂੰ ਨਹੀਂ ਪ੍ਰੇਰਿਆ ਤੇ ਨਾ ਹੀ ਕਿਸੇ ਨੂੰ ਕੋਈ ਵਿਰੋਧਤਾਈ ਵਾਲਾ ਸ਼ਬਦ ਆਖਿਆ। ਕੇਵਲ ਤੇ ਕੇਵਲ ਉਹਨੂੰ ਇਹੀ ਆਖਿਆ ਵੀ ਗੁਰਮੁਖ ਪਿਆਰਿਆ, ਤੂੰ ਜਿਹੜੇ ਧਰਮ ਦੇ ਵਿੱਚ ਹੈ ਉਸ ਧਰਮ ਦੀ ਜੋ ਮਾਨ ਮਰਿਆਦਾ ਤੂੰ ਉਹਦੇ ਵਿੱਚ ਪਰਪੱਕ ਹੋ। ਜੇ ਮੁਸਲਮਾਨ ਹੈ ਤੇ ਉਹਨੂੰ ਉਹਦੇ ਹਿਸਾਬ ਦੇ ਨਾਲ ਸਿੱਖਿਆ ਦਿੱਤੀ ਹੈ ਵੀ ਜੋ ਤੁਹਾਡਾ ਨਿਯਮ ਹੈ
ਜੋ ਤੁਹਾਡੇ ਅਸੂਲ ਨੇ ਉਹਨਾਂ ਦੇ ਵਿੱਚ ਪੱਕਾ ਹੋ, ਧਾਰਨੀ ਹੋ। ਜੇ ਕਿਸੇ ਜੋਗੀ ਦੇ ਪਾਸ ਗਏ ਨੇ ਤੇ ਉਹਨੂੰ ਵੀ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ, ਇਸੇ ਤਰ੍ਹਾਂ ਗਿਆਨ ਦਿੱਤਾ ਵੀ ਜਿਹੜਾ ਨਾ ਗੱਲੀ ਯੋਗ ਨਾ ਹੋਏ ਭਾਈ, ਗੱਲਾਂ ਦੇ ਨਾਲ ਯੋਗ ਨਹੀਂ ਹੋਏਗਾ। ਯੋਗ ਕਮਾਉਣ ਦੀ ਜਿਹੜੀ ਜਾਚ ਹੈ ਉਹ ਸਿੱਖ ਲਾ। ਸੋ ਸੱਚੇ ਸਤਿਗੁਰ ਦਾ ਜਦੋਂ ਅਸੀਂ ਇਤਿਹਾਸ ਵਿਚਾਰਦੇ ਹਾਂ ਤੇ ਉਦੋਂ ਇਤਿਹਾਸ ਦੇ ਵਿੱਚੋਂ ਵੀ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਗਿਆਨ ਸਾਨੂੰ ਬਖਸ਼ਿਸ਼ ਕੀਤਾ ਹੈ। ਜਿਵੇਂ ਆਪਾਂ ਧੰਨ ਗੁਰੂ ਅਮਰਦਾਸ ਜੀ ਸੱਚੇ ਸਤਿਗੁਰ ਦਾ ਥੋੜਾ ਜਿਹਾ ਇਤਿਹਾਸ ਵਿਚਾਰਦੇ ਹਾਂ, ਜਿਹਦੇ ਤੋਂ ਸਾਨੂੰ ਸਮਝ ਆ ਜਾਏਗੀ ਜਿਸ ਵਕਤ ਧੰਨ ਗੁਰੂ ਅਮਰਦਾਸ ਜੀ ਸੱਚੇ ਸਤਿਗੁਰ ਨੂੰ ਗੁਰਤਾ ਗੱਦੀ ਦੀ ਪ੍ਰਾਪਤੀ ਹੋ ਗਈ ਸੀ ਨਾ ਗੁਰੂ ਅੰਗਦ ਦੇਵ ਜੀ ਤੋਂ, ਤੇ ਇਹ ਗੋਇੰਦਵਾਲ ਰਹਿਣ ਲੱਗ ਗਏ ਸਨ, ਸੰਗਤਾਂ ਨੂੰ ਉਪਦੇਸ਼ ਦੇਣ ਲੱਗ ਗਏ ਸਨ। ਤੇ ਉਦੋਂ ਲੁਕਾਈ ਦੇ ਵਿੱਚ ਕਨਸੋਈ ਚੱਲ ਗਈ ਸੀ, ਇਹ ਵਾਰਤਾ ਚੱਲ ਗਈ ਸੀ ਲੋਕਾਂ ਦੀ ਜ਼ੁਬਾਨ ਤੇ ਇਹ ਗੱਲ ਆ ਗਈ ਸੀ ਵੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦਾ ਜੋ ਹੁਣ ਤੀਸਰਾ ਵਾਰਸ ਬਣਿਆ ਨਾ, ਇਹ ਬੜਾ ਵੱਡਾ ਬਜ਼ੁਰਗ ਹੈ। ਇਹ ਤਿੰਨ ਪੀਰ ਨੇ, ਥੋੜਾ ਮੈਨੂੰ ਉਹਨਾਂ ਦਾ ਨਾਮ ਵਿਸਰ ਗਿਆ ਹੈ, ਇਹ ਤਿੰਨੇ ਇਕੱਤਰਤ ਹੋ ਗਏ। ਅੱਜ ਕੱਲ ਇਹ ਲਾਹੌਰ ਦੇ ਪਰਲੇ ਪਾਸੇ ਨਗਰ ਹੈ, ਇੱਥੋਂ ਦੇ ਰਹਿਣ ਵਾਲੇ ਸਨ। ਤਿੰਨੇ ਇਕੱਤਰਤ ਹੋ ਗਏ ਨੇ, ਆਪਸ ਦੇ ਵਿੱਚ ਵਿਚਾਰ ਕਰਦੇ ਨੇ ਵੀ ਜਿਹੜਾ ਹੈ ਬਜ਼ੁਰਗ ਹੋ ਗਿਆ, ਵੱਡੀ ਉਮਰ ਹੋ ਗਈ ਹੈ, ਤੇ ਉਸ ਨੂੰ ਗੁਰੂ ਮਹਾਰਾਜ ਜੀ ਨੇ ਗੱਦੀ ਕਿਉਂ ਦਿੱਤੀ, ਕਿਸੇ ਜਵਾਨ ਨੂੰ ਦਿੰਦੇ। ਸੋ ਆਪੋ ਆਪਣੀਆਂ ਜਿਹੜੀਆਂ ਵਿਚਾਰਾਂ ਨੇ ਇੱਕ ਦੂਜੇ ਦੇ ਨਾਲ ਜਦੋਂ ਸਾਂਝੀਆਂ ਕਰਨ ਲੱਗੇ, ਵਿੱਚੋਂ ਕਿਸੇ ਇੱਕ ਨੇ ਕਹਿ ਦਿੱਤਾ ਵੀ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਧੰਨ ਗੁਰੂ ਅਮਰਦਾਸ ਜੀ ਸੱਚੇ ਸਤਿਗੁਰ ਦੇ ਸਕਦੇ ਨੇ। ਇਹ ਤਿੰਨੋਂ ਚੱਲ ਕੇ ਫਿਰ ਗੋਇੰਦਵਾਲ ਸਾਹਿਬ ਜਦੋਂ ਆਏ, ਇਹਨਾਂ ਦਾ ਖਿਆਲ ਸੀ ਵੀ ਗੁਰੂ ਮਹਾਰਾਜ ਜੀ ਧੰਨ ਗੁਰੂ ਅਮਰਦਾਸ ਜੀ ਸੱਚੇ ਸਤਿਗੁਰ ਕਿਸੇ ਸਿੰਘਾਸਨ ਤੇ ਬੈਠੇ ਹੋਣਗੇ ਤੇ ਇਹਨਾਂ ਦੇ ਕੋਈ ਸੇਵਕ ਨੇ ਜਿਹੜੇ ਲੱਤਾਂ ਘੁੱਟ ਰਹੇ ਹੋਣਗੇ, ਕੋਈ ਕੁਝ ਕਰ ਰਿਹਾ ਹੋਣਾ, ਕੋਈ ਕੁਝ ਕਰ ਰਿਹਾ ਹੋਣਾ, ਤੇ ਸਾਨੂੰ ਜਾ ਕੇ ਪਤਾ ਲੱਗ ਜਾਏਗਾ ਵੀ ਇਹ ਗੁਰੂ ਮਹਾਰਾਜ ਜੀ ਨੇ। ਪਰ ਜਦੋਂ ਆਏ ਨੇ ਨਾ, ਵੇਖਿਆ ਵੀ ਇੱਥੇ ਤਾਂ ਕੋਈ ਸਿੰਘਾਸਨ ਤੇ ਨਹੀਂ ਬੈਠਾ, ਤੇ ਫਿਰ ਪੁੱਛਣਾ ਪਿਆ ਵੀ ਜੋ ਇਸ ਵਕਤ ਧੰਨ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਵਾਰਸ ਨੇ ਉਹ ਕੌਣ ਨੇ। ਤੇ ਇੱਕ ਗੁਰਸਿੱਖ ਨੇ ਇਸ਼ਾਰਾ ਕੀਤਾ ਵੀ ਜੋ ਬਰਤਨ ਮਾਂਜ ਰਹੇ ਨੇ ਨਾ ਸੰਗਤ ਦੇ, ਧੰਨ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਉਹ ਵਾਰਸ ਨੇ। ਤੇ ਇਹ ਬੜੇ ਹੈਰਾਨ ਹੋਏ ਤਿੰਨੋਂ ਦੇ ਤਿੰਨੋਂ ਪੀਰ, ਤੇ ਇਹਨਾਂ ਨੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਸਵਾਲ ਕੀਤਾ, ਇਹ ਸੱਚੇ ਸਤਿਗੁਰ ਜੀ, ਜਦੋਂ ਦਹੀਂ ਨੂੰ ਰਿੜਕਿਆ ਜਾਵੇ ਤੇ ਮੱਖਣ ਪ੍ਰਾਪਤ ਹੋ ਜਾਵੇ, ਤੇ ਅਸੀਂ ਨਹੀਂ ਵੇਖਿਆ ਕਦੇ ਵੀ ਬਾਅਦ ਦੇ ਵਿੱਚ ਕੋਈ ਲੱਸੀ ਨੂੰ ਰਿੜਕਦਾ ਹੋਵੇ। ਇਹ ਸੀ ਵੀ ਤੁਸੀਂ ਸੇਵਾ ਕਰਕੇ ਪਰਮਾਤਮਾ ਦੀ ਪ੍ਰਾਪਤੀ ਕਰ ਲਈ, ਹੁਣ ਇਸ ਤੋਂ ਅੱਗੇ ਤਾਂ ਕੁਝ ਰਿਹਾ ਹੀ ਨਹੀਂ, ਤੇ ਹੁਣ ਸੇਵਾ ਕਾਹਦੇ ਵਾਸਤੇ ਕਰਦੇ ਹੋ? ਹੁਣ ਤਾਂ ਫਿਰ ਤੁਹਾਨੂੰ ਸੇਵਾ ਕਰਨ ਦੀ ਲੋੜ ਨਹੀਂ। ਮੈਂ ਇੱਕ ਵਾਰੀ ਫੇਰ ਦੁਹਰਾ ਦਿਆਂ ਤਾਂ ਕਿ ਗੱਲ ਤੁਹਾਡੇ ਉੱਤੋਂ ਦੀ ਨਾ ਲੰਘ ਜਾਵੇ, ਸਮਝ ਦੇ ਵਿੱਚ ਆ ਜਾਵੇ। ਜਿਸ ਵਕਤ ਧੰਨ ਗੁਰੂ ਮਹਾਰਾਜ ਜੀ ਦੇ ਇਹਨਾਂ ਫਕੀਰਾਂ ਨੇ ਦਰਸ਼ਨ ਕੀਤੇ ਤੇ ਗੁਰੂ ਮਹਾਰਾਜ ਜੀ ਬਰਤਨਾਂ ਦੀ ਸੇਵਾ ਕਰ ਰਹੇ ਸਨ, ਇੱਕ ਗੁਰਸਿੱਖ ਨੂੰ ਪੁੱਛਣ ਤੇ ਪਤਾ ਲੱਗਾ ਵੀ ਇਹ ਧੰਨ ਗੁਰੂ ਅਮਰਦਾਸ ਜੀ ਨੇ, ਤੇ ਇਹਨਾਂ ਫਕੀਰਾਂ ਨੇ ਗੁਰਫਤਿਹ ਸਾਂਝੀ ਕਰਕੇ ਧੰਨ ਗੁਰੂ ਅਮਰਦਾਸ ਜੀ ਸੱਚੇ ਸਤਿਗੁਰ ਦੇ ਅੱਗੇ ਸਵਾਲ ਕੀਤਾ ਕਿ ਇਹ ਸੱਚੇ ਸਤਿਗੁਰ ਜੀ, ਜਦੋਂ ਦਹੀਂ ਰਿੜਕਿਆ ਜਾਵੇ ਨਾ, ਦਹੀਂ ਰਿੜਕ ਕੇ ਮੱਖਣ ਕੱਢ ਲਿਆ ਜਾਵੇ ਤੇ ਫਿਰ ਸਾਨੂੰ ਲੱਸੀ ਰਿੜਕਣ ਦੀ ਲੋੜ ਨਹੀਂ ਰਹਿੰਦੀ, ਲੱਸੀ ਨਹੀਂ ਰਿੜਕਣੀ ਚਾਹੀਦੀ, ਫਿਰ ਲੱਸੀ ਦੇ ਵਿੱਚ ਕੁਝ ਹੈ ਹੀ ਨਹੀਂ, ਜਿਹੜਾ ਮੱਖਣ ਸੀ ਉਹ ਤਾਂ ਕੱਢ ਲਿਆ ਮਗਰ ਲੱਸੀ ਰਹਿ ਗਈ ਏ। ਇਹ ਰਮਜ ਦੇ ਵਿੱਚ ਸਵਾਲ ਇਹ ਸੀ ਵੀ ਤੁਸੀਂ ਸੇਵਾ ਕਰਕੇ ਗੁਰਤਾ ਗੱਦੀ ਪ੍ਰਾਪਤ ਕਰ ਲਈ, ਇਹ ਪਰਮਾਤਮਾ ਦੀ ਤੁਹਾਨੂੰ ਪ੍ਰਾਪਤੀ ਹੋ ਗਈ, ਤੇ ਹੁਣ ਤੁਹਾਨੂੰ ਸੇਵਾ ਕਰਨ ਦੀ ਕੀ ਲੋੜ ਹੈ? ਮੇਰੇ ਖਿਆਲ ਗੱਲ ਪਕੜ ਦੇ ਵਿੱਚ ਆ ਗਈ ਹੋਣੀ ਹੈ। ਧੰਨ ਗੁਰੂ ਅਮਰਦਾਸ ਜੀ ਸੱਚੇ ਸਤਿਗੁਰ ਨੇ ਉਸੇ ਰਮਜ ਦੇ ਨਾਲ ਹੀ ਫਿਰ ਇਹਨਾਂ ਨੂੰ ਉੱਤਰ ਦਿੱਤਾ। ਇਹਨਾਂ ਨੇ ਆਖਿਆ ਵੀ ਜੇ ਕੋਈ ਖਾਕ ਛਾਣਦਾ ਹੋਵੇ, ਖਾਕ ਛਾਣਦਿਆਂ ਅਚਨਚੇਤ ਉਸ ਦੇ ਵਿੱਚੋਂ ਉਹਨੂੰ ਲਾਲ ਦੀ ਪ੍ਰਾਪਤੀ ਹੋ ਜਾਵੇ ਤੇ ਉਸ ਲਾਲ ਨੂੰ ਵੇਚ ਕੇ ਉਹ ਬੜਾ ਅਮੀਰ ਹੋ ਜਾਵੇ, ਤੇ ਉਸ ਨੂੰ ਇਹ ਨਹੀਂ ਚਾਹੀਦਾ ਵੀ ਉਹ ਖਾਕ ਛਾਨਣੀ ਛੱਡ ਦੇਵੇ। ਉਸੇ ਤਰ੍ਹਾਂ ਸੇਵਾ ਤੋਂ ਸਾਨੂੰ ਉਸ ਪਰਮਾਤਮਾ ਦੀ ਪ੍ਰਾਪਤੀ ਹੋਈ ਹੈ, ਤੇ ਅਸੀਂ ਸੇਵਾ ਨਾ ਜਿਹੜੀ ਇਹ ਨਹੀਂ ਛੱਡਣੀ, ਕਿਉਂਕਿ ਸੇਵਾ ਤੋਂ ਜਿਹੜੀ ਦਾਤ ਪ੍ਰਾਪਤ ਹੋਈ ਹੈ ਉਹ ਸੇਵਾ ਕਰਕੇ ਹੀ ਪ੍ਰਭੂ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ।
ਆਪਾਂ ਹਰ ਰੋਜ਼ ਕੋਈ ਨਾ ਕੋਈ ਗੁਰਮੁਖ ਪਿਆਰਾ ਹੁੰਦਾ, ਧੰਨ ਗੁਰੂ ਮਹਾਰਾਜ ਜੀ ਦੇ ਅੱਗੇ ਆਣ ਕੇ ਅਰਦਾਸ ਕਰਦਾ ਨਾ, ਸੱਚੇ ਸਤਿਗੁਰ ਜੀ ਆਪ ਜੀ ਨੇ ਮੇਰਾ ਇਹ ਕਾਰਜ ਰਾਸ ਕਰ ਦਿੱਤਾ ਤੇ ਆਪ ਜੀ ਦਾ ਮੈਂ ਸ਼ੁਕਰ ਕਰਦਾ, ਸ਼ੁਕਰਾਨਾ ਕਰਦਾ। ਤੇ ਧੰਨ ਗੁਰੂ ਅਮਰਦਾਸ ਜੀ ਨੇ ਸਾਨੂੰ ਇਹ ਸਿਖਾਇਆ ਵੀ ਉਸ ਪ੍ਰਭੂ ਪਰਮਾਤਮਾ ਸੱਚੇ ਸਤਿਗੁਰ ਦਾ ਜਿਹੜਾ ਸ਼ੁਕਰਾਨਾ ਕਰਨਾ ਹੈ ਨਾ, ਜਿਹੜੀ ਕਿਰਤ ਤੋਂ ਸਾਨੂੰ ਦਾਤ ਪ੍ਰਾਪਤ ਹੋਈ ਹੈ, ਉਸੇ ਕਿਰਤ ਦੇ ਵਿੱਚ ਜੁੜੇ ਰਹਿਣਾ ਹੀ ਉਸ ਪ੍ਰਭੂ ਪਰਮਾਤਮਾ ਦਾ ਸ਼ੁਕਰਾਨਾ ਹੈ। ਭਾਵ ਆਪਣੀ ਔਕਾਤ ਨੂੰ ਨਾ ਭੁੱਲਣਾ। ਪ੍ਰਭੂ ਨੇ ਦਾਤ ਦਿੱਤੀ ਹੈ, ਖੁਸ਼ੀਆਂ ਬਖਸ਼ੀਆਂ ਨੇ, ਮਿਹਰਾਂ ਕੀਤੀਆਂ ਨੇ, ਪਰ ਰਹਿਣਾ ਆਪਣੀ ਔਕਾਤ ਦੇ ਵਿੱਚ। ਇਹ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ। ਇਸੇ ਕਰਕੇ ਤਾਂ ਭਗਤ ਕਬੀਰ ਜੀ ਨੂੰ ਜਦੋਂ ਪ੍ਰਾਪਤ ਹੋਇਆ ਸੀ, ਖੱਡੀ ਬੁਣਦਿਆਂ ਨੂੰ ਪ੍ਰਾਪਤ ਹੋਇਆ ਸੀ, ਤੇ ਇਹਨਾਂ ਨੇ ਖੱਡੀ ਬੁਣਨੀ ਨਹੀਂ ਸੀ ਛੱਡੀ। ਭਗਤ ਰਵਿਦਾਸ ਜੀ ਨੂੰ ਜੁੱਤੀਆਂ ਗੰਢਦੇ ਨੂੰ ਪ੍ਰਾਪਤ ਹੋਇਆ ਸੀ, ਤੇ ਇਹਨਾਂ ਨੇ ਜੁੱਤੀਆਂ ਗੰਢਣੀਆਂ ਨਹੀਂ ਸਨ ਛੱਡੀਆਂ, ਕਿਉਂਕਿ ਉਸ ਪ੍ਰਭੂ ਪਰਮਾਤਮਾ ਸੱਚੇ ਸਤਿਗੁਰ ਦਾ ਸ਼ੁਕਰਾਨਾ ਜਿਹੜਾ ਉਸ ਦੀ ਕਿਰਤ ਦੇ ਵਿੱਚ, ਜਿਹੜੀ ਕਿਰਤ ਤੋਂ ਪ੍ਰਾਪਤ ਹੋਇਆ, ਉਸੇ ਕਿਰਤ ਦੇ ਵਿੱਚ, ਉਸੇ ਔਕਾਤ ਦੇ ਵਿੱਚ ਰਹਿਣ ਦੇ ਵਿੱਚ ਹੈ, ਕਹਿਣ ਦੇ ਲਈ ਨਹੀਂ। ਜੇ ਨਹੀਂ ਇਸ ਤਰ੍ਹਾਂ ਗੱਲ ਸਮਝ ਤੇ ਫਿਰ ਇੱਕ ਨੁਕਤੇ ਦੇ ਨਾਲ ਮੈਂ ਸਮਝਾਉਣ ਦਾ ਯਤਨ ਕਰਦਾ। ਇੱਕ ਮਾਈ ਇਹ, ਉਹਦਾ ਬੱਚਾ ਬੜਾ ਬਿਮਾਰ ਏ, ਘਰ ਦੇ ਵਿੱਚ ਬੜੀ ਗਰੀਬੀ ਏ, ਦਵਾਈ ਵਾਸਤੇ ਕੋਈ ਪੈਸਾ ਨਹੀਂ ਹੈਗਾ। ਅਚਨਚੇਤ ਕੋਈ ਫਕੀਰ ਸਾਧੂ ਸੰਤ ਆ ਗਏ ਤੇ ਇਸ ਮਾਈ ਨੇ ਆਖਿਆ ਮੇਰਾ ਬੱਚਾ ਬੜਾ ਬਿਮਾਰ ਹੈ, ਪਰ ਮੇਰੇ ਕੋਲ ਇਲਾਜ ਦੇ ਲਈ ਕੁਝ ਵੀ ਨਹੀਂ ਸੰਤ ਜੀ। ਉਹ ਸੰਤ ਨੇ ਬੱਚੇ ਦੇ ਸਿਰ ਤੇ ਹੱਥ ਰੱਖ ਦਿੱਤਾ, ਬੱਚਾ ਤੰਦਰੁਸਤ ਹੋ ਗਿਆ ਹੈ। ਤੇ ਹੁਣ ਮਾਈ ਜੇ ਘਰ ਦੇ ਵਿੱਚੋਂ 1 ਰੁਪਈਆ ਲਿਆ ਕੇ ਉਹ ਸੰਤ ਨੂੰ ਦਿੰਦੀ ਹੈ ਨਾ, ਜੀ ਲੈ ਪਈ 1 ਰੁਪਈਆ ਤੇ ਇਹ ਤੇਰਾ ਮੈਂ ਸ਼ੁਕਰਾਨਾ ਕਰਦੀ ਹਾਂ, ਤੇਰਾ ਸ਼ੁਕਰ ਕਰਦਾ, ਤੇ ਉਹਦੇ ਵਿੱਚ ਉਹ ਸੰਤ ਦੀ ਬੇਇੱਜ਼ਤੀ ਹੈ। ਉਹ ਸੰਤ ਨੂੰ ਸ਼ੁਕਰ ਨਹੀਂ ਕਰ ਰਹੀ, ਉਹਦੀ ਬੇਇੱਜ਼ਤੀ ਕਰ ਰਹੀ ਹੈ। ਕਿਉਂਕਿ ਜਿਹੜਾ ਉਹ ਬੱਚੇ ਦੀ ਜ਼ਿੰਦਗੀ ਦੇਣੀ ਹੈ, ਉਹਦੀ ਕੀਮਤ 1 ਰੁਪਈਆ ਨਹੀਂ, ਤੇ ਸੰਤ ਨੇ ਜੋ ਕਿਰਪਾ ਕੀਤੀ ਉਹਦੀ ਕੀਮਤ ਵੀ 1 ਰੁਪਈਆ ਨਹੀਂ। ਆਪਾਂ ਧੰਨ ਗੁਰਬਾਣੀ ਦੇ ਅੰਦਰ ਸ਼ਬਦ ਪੜ੍ਹਦੇ ਹਾਂ ਨਾ, ਬਲਿਹਾਰੀ ਜਾਵਾਂ ਵਾਰਨੇ ਜਾਵਾਂ, ਬਿੰਦ ਬਿੰਦ ਚੁੱਕ ਚੁੱਕ ਹੋਏ, ਬਿੰਦ ਬਿੰਦ ਚੁੱਕ ਚੁੱਕ ਹੋਏ। ਇਹਦਾ ਅਰਥ ਹੈ ਮੈਂ ਆਪਣਾ ਸਰੀਰ ਕੱਟ ਕੇ ਨਾ ਜਿਹੜਾ ਇਹ ਗੁਰੂ ਮਹਾਰਾਜ ਜੀ ਦੇ ਅੱਗੇ ਰੱਖ ਦਿਆਂ। ਇਹ ਸਾਰੇ ਸ਼ਬਦ ਨੇ ਜਿਹੜੇ ਇਹ ਇਹੀ ਦ੍ਰਿਸ਼ਟਾਂਤ ਦਿੰਦੇ ਨੇ ਵੀ ਹੁਣ ਇਸ ਮਾਈ ਨੂੰ ਫਿਰ ਕਰਨਾ ਕੀ ਚਾਹੀਦਾ ਹੈ। ਇਸ ਮਾਈ ਦੇ ਕੋਲ ਕੋਈ ਉਹ ਸਾਧੂ ਨੂੰ, ਉਸ ਫਕੀਰ ਨੂੰ ਦੇਣ ਦੇ ਲਈ ਜੋ ਕੁਝ ਵੀ ਹੈਗਾ ਨਾ, ਉਹਦੀ ਕਿਰਪਾ ਦੇ ਲਈ ਉਹ ਥੋੜਾ ਹੈ। ਜੋ ਉਹਨੇ ਉਹਦੇ ਤੇ ਕਿਰਪਾ ਕੀਤੀ ਹੈ ਉਸ ਦੇ ਲਈ ਉਹ ਥੋੜਾ ਹੈ। ਇਸ ਤਰ੍ਹਾਂ ਫਿਰ ਧੰਨ ਗੁਰੂ ਅਮਰਦਾਸ ਜੀ ਸੱਚੇ ਸਤਿਗੁਰੂ ਨੇ ਇਹਨਾਂ ਫਕੀਰਾਂ ਨੂੰ ਸਮਝਾਇਆ ਵੀ ਜੋ ਸਾਡੇ ਤੇ ਕਿਰਪਾ ਸਾਡੇ ਗੁਰੂ ਦੀ ਹੋਈ ਹੈ ਨਾ, ਅਸੀਂ ਉਹਨਾਂ ਨੂੰ ਉਸ ਦੇ ਬਦਲੇ ਕੁਝ ਨਹੀਂ ਦੇ ਸਕਦੇ। ਜਦੋਂ ਕੁਝ ਨਹੀਂ ਦੇ ਸਕਦੇ ਤੇ ਫਿਰ ਜਿਸ ਸੇਵਾ ਦੇ ਨਾਲ ਸਾਡੇ ਤੇ ਕਿਰਪਾ ਹੋਈ ਹੈ, ਅਸੀਂ ਉਹ ਸੇਵਾ ਦੇ ਵਿੱਚ ਰਹਿ ਕੇ ਹੀ ਉਹਨਾਂ ਦਾ ਸ਼ੁਕਰ ਕਰਦੇ ਹਾਂ, ਕਿਉਂਕਿ ਸ਼ੁਕਰ ਸ਼ਬਦ ਹੈ ਜਿਹੜਾ ਇਹ ਵੀ ਥੋੜਾ ਰਹਿ ਜਾਣਾ ਹੈ। ਜੇ ਅਸੀਂ ਕਹਿ ਦਿਆਂਗੇ ਨਾ ਤੁਹਾਡਾ ਸ਼ੁਕਰ ਹੈ, ਤੇ ਇਹ ਸ਼ੁਕਰ ਸ਼ਬਦ ਵੀ ਥੋੜਾ ਰਹਿ ਜਾਣਾ। ਤੇ ਇਸੇ ਕਰਕੇ ਜਿਹੜਾ ਸ਼ੁਕਰ ਸ਼ਬਦ ਹੈ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਨਹੀਂ। ਤੇ ਪੜ੍ਹ ਕੇ ਵੇਖ ਲਓ, ਤੁਸੀਂ ਸਹਿਜ ਪਾਠੀ ਬੈਠੇ ਹੋ, ਅਖੰਡ ਪਾਠੀ ਬੈਠੇ ਹੋ, ਸਾਲਾਨਾ ਪਾਠੀ ਵੀ ਬੈਠੇ ਹੋ, ਛਮਾਹੀ ਪਾਠੀ ਵੀ ਬੈਠੇ ਹੋ, ਤੇ ਕੋਈ ਮਹੀਨੇ 'ਚ ਵੀ ਪਾਠ ਕਰ ਲੈਂਦਾ ਹੋਣਾ ਹੈ। ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ੁਕਰ ਸ਼ਬਦ ਹੈ ਜਿਹੜਾ ਉਹ ਨਾ ਹੋਣ ਦਾ ਕਾਰਨ ਇਹੀ ਹੈ ਕਿ ਉਸ ਪ੍ਰਭੂ ਪਰਮਾਤਮਾ ਦਾ ਜਦੋਂ ਅਸੀਂ ਕਹਿੰਦੇ ਨਾ ਤੇਰਾ ਸ਼ੁਕਰ ਕੀਤਾ, ਤੇ ਸ਼ਬਦ ਵੀ ਤੁੱਛ ਰਹਿ ਜਾਂਦਾ ਹੈ। ਕੇਵਲ ਤੇ ਕੇਵਲ ਉਸ ਪਰਮਾਤਮਾ ਦੇ ਪਾਸ ਸਾਡੇ ਕੋਲ ਦੇਣ ਦੇ ਲਈ ਇਹ, ਜਿਵੇਂ ਉਹ ਮਾਈ ਇਹ ਆਖ ਦੇਵੇ ਵੀ ਮੇਰੇ ਕੋਲ ਆਪ ਜੀ ਦੇ ਧੰਨਵਾਦ ਕਰਨ ਦੇ ਲਈ, ਸ਼ੁਕਰ ਕਰਨ ਦੇ ਲਈ ਕੁਝ ਨਹੀਂ, ਕੇਵਲ ਇਹ ਸਰੀਰ ਹਾਜ਼ਰ ਹੈ ਤੇ ਇੱਕ ਦਾਸੀ ਦੇ ਰੂਪ ਦੇ ਵਿੱਚ ਮੈਂ ਇਸ ਸਰੀਰ ਦੇ ਨਾਲ ਤੁਹਾਡੀ ਸੇਵਾ ਕਰ ਸਕਦੀ ਹਾਂ, ਪਰ ਸ਼ੁਕਰਾਨਾ ਨਹੀਂ ਕਰ ਸਕਦੀ। ਇਸ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਸ਼ੁਕਰ ਸ਼ਬਦ ਨਹੀਂ। ਜੇ ਪੜ੍ਹ ਕੇ ਵੇਖ ਲਓ, ਜੇ ਹੋਵੇ ਤਾਂ ਮੈਨੂੰ ਦੱਸ ਦਿਓ। ਵੈਸੇ ਮੇਰਾ ਜਿੱਥੋਂ ਤੱਕ ਖਿਆਲ ਹੈ ਸ਼ੁਕਰ ਸ਼ਬਦ ਨਹੀਂ ਜੇ। ਇਸ ਤਰ੍ਹਾਂ ਦੇ ਹੋਰ ਵੀ ਕਈ ਸ਼ਬਦ ਨੇ, ਇੱਕ ਪਰਮਾਤਮਾ ਸ਼ਬਦ ਨਹੀਂ। ਉਹਨਾਂ ਤੇ ਆਪਾਂ ਫਿਰ ਕਿਸੇ ਦਿਨ ਵਿਚਾਰ ਕਰ ਲਵਾਂਗੇ। ਸੋ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਇੱਥੇ ਜੋ ਬਾਣੀ ਦੀ ਵਡਿਆਈ ਕੀਤੀ ਹੈ ਨਾ, ਸੁਣ ਸੁਣ ਜੀਵੇ ਦਾਸ ਤੁਮ ਬਾਣੀ ਜਨ ਆਖੀ। ਜੀਵੇ ਦਾ ਅਰਥ ਹੈ ਜੀਵਨ ਬਣਾਉਣਾ। ਜੀਵੇ ਦਾ ਅਰਥ ਇਹ ਨਹੀਂ ਵੀ ਅਸੀਂ ਜਿਉਂਦੇ ਹਾਂ, ਜੀਵੇ ਦਾ ਅਰਥ ਹੈ ਜੀਵਨ ਬਣਾਉਣਾ। ਜਿਵੇਂ ਜਿਵੇਂ ਅਸੀਂ ਅੱਗੇ ਜਿਉਂਦੇ ਹਾਂ, ਉਵੇਂ ਉਵੇਂ ਜਿਵੇਂ ਜਿਵੇਂ ਸਾਡੀ ਉਮਰ ਵੱਧਦੀ ਜਾਂਦੀ ਹੈ, ਉਵੇਂ ਉਵੇਂ ਸਾਡੀ ਅਵਸਥਾ ਵੀ ਨਾਲ ਵਧਣੀ ਚਾਹੀਦੀ ਹੈ। ਇਹਨੂੰ ਕਹਿੰਦੇ ਨੇ ਜੀਵੇ। ਸੁਣ ਸੁਣ ਜੀਵੇ ਦਾਸ ਤੁਮ ਬਾਣੀ।
हे सच्चे सतगुर जी, ਜਿਹੜੇ ਤੇਰੇ ਦਾਸ ਨੇ ਉਹ ਸੁਣ ਸੁਣ ਕੇ ਜਿਉਂਦੇ ਨੇ। ਬਾਣੀ ਜਨ ਆਖੀ, ਜੋ ਤੁਸੀਂ ਆਪਣੇ ਜਨਾਂ ਨੂੰ, ਆਪਣੇ ਗੁਰਸਿੱਖਾਂ ਨੂੰ ਪ੍ਰੇਰਨ ਦੇ ਲਈ ਧੰਨ ਗੁਰਬਾਣੀ ਦੱਸਣਾ ਕੀਤੀ ਹੈ ਜੀ। ਪ੍ਰਗਟ ਭਈ ਸਭ ਲੋ ਮੈਂ ਸੇਵਕ ਕੀ ਰਾਖੀ। ਤੇ ਜਿਹੜਾ ਗੁਰਮੁਖ ਪਿਆਰਾ ਆਪ ਜੀ ਦੀ ਬਾਣੀ ਨੂੰ ਸੁਣ ਕੇ ਜੀਵਨ ਉੱਚਾ ਤੇ ਸੁੱਚਾ ਬਣਾ ਲੈਂਦਾ ਹੈ, ਜੋ ਤੁਸੀਂ ਆਪਣੇ ਗੁਰਸਿੱਖਾਂ ਨੂੰ ਇਹ ਗੁਰਬਾਣੀ ਦੀ ਦਾਤ ਬਖਸ਼ ਰਹੀ ਹੈ, ਜਿੰਦੇ ਲਈ ਅਸੀਂ ਆਪ ਜੀ ਦਾ ਸ਼ੁਕਰਾਨਾ ਸ਼ਬਦ ਹੈ ਜਿਹੜਾ ਉਹ ਵੀ ਨਹੀਂ ਕਰ ਸਕਦੇ। ਬੜਾ ਤੋਸ਼ੇ, ਬੜਾ ਛੋਟਾ ਹੈ। ਪ੍ਰਗਟ ਭਈ ਸਭ ਲੋਮੇ, ਇਹ ਸਾਰੇ ਲੋਕਾਂ ਦੇ ਵਿੱਚ, ਸਾਰੀ ਲੋਕਾਈ ਦੇ ਵਿੱਚ ਗੱਲ ਪ੍ਰਗਟ ਹੈ ਕਿ ਜਿਹੜਾ ਗੁਰਬਾਣੀ ਦੇ ਨਾਲ ਜੁੜ ਜਾਂਦਾ ਹੈ, ਆਪ ਕਿਰਪਾ ਕਰਦੇ, ਉਹਦੀ ਰੱਖਿਆ ਕਰਦੇ ਹੋ ਜੀ। ਰਹਾਉ ਸਾਗਰ ਤੇ ਕਾਟਿਆ ਪ੍ਰਭ ਜਲ ਨ ਬੁਝਾਈ। ਅੱਗੇ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਵਿਸ਼ਰਾਮ ਲਾ ਕੇ ਕਿਰਪਾ ਕਰਦੇ ਨੇ। ਪਹਿਲੋਂ ਗੁਰੂ ਮਹਾਰਾਜ ਜੀ ਨੇ ਸੰਸਾਰ ਨੂੰ ਪਾਣੀ ਦਾ ਸਾਗਰ ਆਖ ਕੇ ਇਸ ਦ੍ਰਿਸ਼ਟਾਂਤ ਦੇ ਨਾਲ ਸਾਨੂੰ ਸਮਝਾਇਆ ਸੀ ਵੀ ਪਾਣੀ ਦੇ ਵਿੱਚ ਸਾਗਰ ਪਾਰ ਹੈ ਜਿਹੜਾ, ਇਹ ਕਰਨ ਦੇ ਲਈ ਜਦੋਂ ਅਸੀਂ ਉਤਰਾਂਗੇ ਨਾ ਤੇ ਡੁੱਬ ਜਾਵਾਂਗੇ, ਫਿਰ ਸਾਨੂੰ ਇੱਕ ਆਸਰੇ ਦੀ ਲੋੜ ਹੈ। ਉਹ ਆਸਰਾ ਜਿਹੜਾ ਉਹ ਤੁੱਲਾ ਵੀ ਹੋ ਸਕਦਾ, ਬੇੜੀ ਵੀ ਹੋ ਸਕਦੀ ਹੈ, ਬੇੜਾ ਵੀ ਹੋ ਸਕਦਾ, ਜਹਾਜ਼ ਵੀ ਹੋ ਸਕਦਾ ਹੈ। ਇਸੇ ਤਰ੍ਹਾਂ ਹੁਣ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਸਾਡੇ ਤੇ ਕਿਰਪਾ ਕਰਦੇ ਨੇ, ਸਾਨੂੰ ਇਹ ਸੰਸਾਰ ਹੈ ਜਿਹੜਾ ਇਹਨੂੰ ਅੱਗ ਦਾ ਸਾਗਰ ਦੱਸ ਰਹੇ ਨੇ। ਅਗਨ ਸਾਗਰ, ਇਹ ਅੱਗ ਦਾ ਸਾਗਰ ਹੈ। ਹੁਣ ਅੱਗ ਦਾ ਸਾਗਰ ਕੀ, ਇਹਦੇ 'ਚ ਅੱਗ ਕਿਹੜੀ ਹੈ? ਇਹਦੇ 'ਚ ਅੱਗ ਹੈ ਜਿਹੜੀ ਇਹ ਗੁਪਤ ਤੇ ਦਿਸਦੀ ਨਹੀਂ। ਈਰਖਾ ਦੀ ਅੱਗ ਹੈ, ਦੁਵੈਸ ਦੀ ਅੱਗ ਹੈ, ਬੁਰਾਈਆਂ ਦੀ ਅੱਗ ਹੈ, ਨਿੰਦਿਆ ਚੁਗਲੀ ਹੈ ਜਿਹੜੀ, ਇਹ ਸਾਰੇ ਅੱਗ ਦੀ ਰੂਪ ਨੇ, ਕਿਉਂਕਿ ਇਹਨਾਂ ਦੇ ਨਾਲ ਸਾਡੇ ਅੰਦਰ ਦੀ ਜਿਹੜੀ ਅਵਸਥਾ ਹੈ ਉਹ ਸੜ ਕੇ ਰਾਖ ਹੋ ਜਾਂਦੀ ਹੈ। ਜਦੋਂ ਅਸੀਂ ਕਿਸੇ ਦੀ ਨਿੰਦਿਆ ਕਰਦੇ ਹਾਂ, ਕਿਸੇ ਦੀ ਬੁਰਾਈ ਕਰਦੇ ਹਾਂ, ਤੇ ਅਸੀਂ ਆਪਣੇ ਅੰਦਰ ਆਪ ਦੇ ਹੱਥਾਂ ਦੇ ਨਾਲ, ਆਪਣੀ ਜ਼ੁਬਾਨ ਦੇ ਨਾਲ ਆਪ ਹੀ ਅੱਗ ਮਚਾ ਲੈਂਦੇ ਹਾਂ, ਤੇ ਇਸ ਅੱਗ ਦੇ ਨਾਲ ਅਸੀਂ ਆਪਣੇ ਅੰਦਰ ਨੂੰ ਆਪ ਹੀ ਸਾੜ ਲੈਂਦੇ ਹਾਂ। ਹੁਣ ਇਹਦੇ ਤੋਂ ਬਚਿਆ ਕਿਵੇਂ ਜਾਵੇ? ਜਦੋਂ ਅਸੀਂ ਧੰਨ ਗੁਰਬਾਣੀ ਦੇ ਨਾਲ ਜੁੜਾਂਗੇ, ਗੁਰੂ ਮਹਾਰਾਜ ਜੀ ਦੇ ਗੁਰ ਇਤਿਹਾਸ ਦੇ ਨਾਲ, ਗੁਰ ਸਾਖੀਆਂ ਦੇ ਨਾਲ ਜੁੜਾਂਗੇ, ਤੇ ਫਿਰ ਸਾਨੂੰ ਪਤਾ ਲੱਗੇਗਾ ਵੀ ਸੱਚੇ ਸਤਿਗੁਰ ਸਾਨੂੰ ਪ੍ਰੇਰਨਾ ਦੇ ਕੇ ਇਸ ਪਾਸਿਓਂ ਰੋਕ ਰਹੇ ਨੇ ਤੇ ਇਸ ਪਾਸੇ ਤੁਰਨ ਵਾਸਤੇ ਆਖ ਰਹੇ ਨੇ। ਤਾਂ ਤੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਸੰਸਾਰ ਨੂੰ ਅਗਨ ਦਾ ਸਾਗਰ ਆਖਿਆ। ਅਗਨ ਸਾਗਰ ਤੇ ਕਾਢਿਆ ਹੈ ਸੱਚੇ ਸਤਿਗੁਰ ਜੀ, ਤੁਸੀਂ ਕਿਰਪਾ ਕੀਤੀ ਹੈ ਸਾਨੂੰ ਗਿਆਨ ਦੀ ਦਾਤ ਦੇ ਕਰਕੇ, ਇਹ ਅੱਗ ਦੇ ਸਾਗਰ ਦੇ ਵਿੱਚੋਂ ਬਾਹਰ ਕੱਢ ਲਿਆ ਹੈ। ਪ੍ਰਭ ਜਲਨ ਬੁਝਾਈ, ਸਾਡੇ ਅੰਦਰ ਜੋ ਦੁਵੈਸ, ਈਰਖਾ, ਬੁਰਾਈਆਂ ਦੀ ਜਲਨ ਹੁੰਦੀ ਸੀ, ਸੜਾਨ ਹੁੰਦੀ ਸੀ, ਮੱਚਦੇ ਸਾਂ ਅੰਦਰੋਂ, ਉਹ ਆਪ ਜੀ ਦੀ ਕਿਰਪਾ ਦੇ ਨਾਲ ਬੁਝ ਗਈ ਹੈ ਜੀ। ਅੰਮ੍ਰਿਤ ਨਾਮ ਜਲ ਸੰਚਿਆ ਗੁਰ ਭਏ ਸਹਾਈ। ਸੱਚੇ ਸਤਿਗੁਰ ਹੁਣ ਕਿਰਪਾ ਕਰਦੇ ਨੇ, ਜਿਵੇਂ ਕਿਤੇ ਅੱਗ ਦਾ ਸੇਕ ਹੋਵੇ ਨਾ, ਤੇ ਉੱਥੇ ਪਾਣੀ ਹੈ ਜਿਹੜਾ, ਜਲ ਜਿਹੜਾ, ਇਹਦਾ ਛਿੜਕਾਅ ਕੀਤਾ ਜਾਵੇ ਤੇ ਫਿਰ ਠੰਡਕ ਹੈ ਜਿਹੜੀ ਉਹ ਬਣ ਜਾਂਦੀ ਹੈ। ਅੰਮ੍ਰਿਤ ਨਾਮ ਹੈ ਸੱਚੇ ਸਤਿਗੁਰ ਜੀ, ਆਪ ਜੀ ਦਾ ਜਿਹੜਾ ਨਾਮ ਹੈ ਨਾ ਉਹ ਅੰਮ੍ਰਿਤ ਹੈ। ਜਲ ਦ੍ਰਿਸ਼ਟਾਂਤ ਦਿੱਤਾ ਹੈ ਵੀ ਅੱਗ ਨੂੰ ਠੰਡਿਆ ਕਰਨ ਦੇ ਲਈ ਪਾਣੀ ਦੀ ਲੋੜ ਹੁੰਦੀ ਹੈ। ਉਸੇ ਤਰ੍ਹਾਂ ਅੰਦਰ ਦੀ ਦੁਵੈਸ, ਈਰਖਾ ਦੀ ਅੱਗ ਨੂੰ ਠੰਡਿਆ ਕਰਨ ਦੇ ਲਈ ਨਾਮ ਦੀ ਲੋੜ ਹੈ। ਅੰਮ੍ਰਿਤ ਨਾਮ ਜਲ ਸੰਚਿਆ, हे ਸੱਚੇ ਸਤਿਗੁਰ ਜੀ, ਜਦੋਂ ਤੁਸੀਂ ਆਪ ਜੀ ਦਾ ਨਾਮ ਸਾਡੇ ਅੰਦਰ ਸੰਚਨਾ ਕੀਤਾ ਹੈ, ਗੁਰ ਪੈ ਸਾਈ, ਤੇ ਇਸ ਦੇ ਲਈ ਆਪ ਸਾਡੇ ਮਦਦਗਾਰ ਹੋਏ ਹੋ। ਆਪਣੀ ਕਿਰਪਾ ਕਰਕੇ ਇਸ ਸੰਸਾਰ ਸਾਗਰ ਤੋਂ ਸਾਡੀ ਰੱਖਿਆ ਕੀਤੀ ਹੈ ਜੀ। ਜਨਮ ਮਰਨ ਦੁਖ ਕਾਟਿਆ ਸੁਖ ਕਾ ਥਾਨ ਪਾਇਆ। ਮਨੁੱਖਾ ਜੀਵਨ ਦੇ ਵਿੱਚ ਜੇ ਵੇਖੀਏ ਤੇ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਨਾ, ਇਹ ਜੰਮਣ ਤੇ ਮਰਨ ਦਾ ਦੁੱਖ ਹੈ। ਧੰਨ ਗੁਰਬਾਣੀ ਦੇ ਅੰਦਰ ਭਗਤ ਕਬੀਰ ਜੀ ਨੇ ਇਸ ਦੁੱਖ ਨੂੰ ਸਭ ਤੋਂ ਵੱਡਾ ਦੁੱਖ ਮੰਨਿਆ ਹੈ। ਤੇ ਭਗਤ ਕਬੀਰ ਜੀ ਉਸ ਪਰਮਾਤਮਾ ਨੂੰ ਬੇਨਤੀ ਕਰਦੇ ਨੇ ਕਿ ਮੇਰੇ ਤੇ ਕਿਰਪਾ ਕਰੋ, ਇਹ ਦੁੱਖ ਹੈ ਜਿਹੜਾ ਇਹ ਕੱਟਣਾ ਕਰੋ। ਇਸ ਦੁੱਖ ਨੂੰ ਵੱਡਾ ਕਿਉਂ ਦੱਸਿਆ? ਅਗਨ ਦਾ ਹੈ ਭਾਈ, ਜਦੋਂ ਮਰ ਜੀਦਾ ਨਾ ਉਦੋਂ ਅੱਗ ਦੇ ਵਿੱਚ ਸਾੜਦੇ ਨੇ, ਤੇ ਫਿਰ ਉਸ ਤੋਂ ਬਾਅਦ ਗਰਭ ਬਸੇਰਾ, ਜਦੋਂ ਫਿਰ ਇਧਰੋਂ ਸਰੀਰ ਸੜਦਾ ਤੇ ਫਿਰ ਅਗਲੀ ਅਗਨ ਹੈ ਜਿਹੜੀ ਉਹ ਗਰਭ ਦੇ ਵਿੱਚ ਚਲੇ ਜਾਈਦਾ, ਉੱਥੇ ਫਿਰ ਸੜੀਦਾ। ਫਿਰ ਜਨਮ ਤੋਂ ਲੈ ਕੇ ਜਦੋਂ ਤੱਕ ਸਿਵਿਆਂ ਤੱਕ ਨਾ ਲੈ ਕੇ ਜਾਣ, ਉਦੋਂ ਤੱਕ ਸਾਰੀ ਉਮਰ ਸੜਦੀ ਰਹੀਦਾ। ਜਨਮ ਮਰਨ ਦੁੱਖ ਕਾਟਿਆ, ਤੁਸੀਂ ਕਿਰਪਾ ਕੀਤੀ ਹੈ, ਇਸ ਦੁੱਖ ਤੋਂ ਸਾਡੀ ਰੱਖਿਆ ਕਰ ਲਈ ਹੈ, ਸਾਨੂੰ ਬਚਾ ਲਿਆ। ਸੁੱਖ ਕਾ ਥਾਨ ਪਾਇਆ, ਸੁੱਖ ਦੀ ਜਿਹੜੀ ਜਗ੍ਹਾ ਹੈ ਨਾ ਉਹ ਸੱਚਖੰਡ ਦੇ ਵਿੱਚ ਵਾਸਾ, ਗੁਰੂ ਚਰਨਾਂ ਦੇ ਵਿੱਚ, ਗੁਰਪੁਰੀ ਦੇ ਵਿੱਚ ਵਾਸਾ ਹੋਣ ਦੇ ਨਾਲ ਹੀ ਹੁੰਦਾ। ਬਾਕੀ ਸਤ ਸੰਗਤ ਹੈ ਜਿਹੜੀ,
ਇਹ ਵੀ ਉਹ ਜਗ੍ਹਾ ਹੈ ਜਿੱਥੇ ਆਣ ਕੇ ਸੁਖ ਦੀ ਪ੍ਰਾਪਤੀ ਹੁੰਦੀ ਹੈ ਜੀ। ਕਾਟੀ ਸਿਲਕ ਭ੍ਰਮ ਮੋਹ ਕੀ ਆਪਣੀ ਪ੍ਰਭ ਪਾਇਆ। ਸਿਲਕ ਦਾ ਅਰਥ ਹੁੰਦਾ ਗਲ ਦੇ ਵਿੱਚ ਪਾਈ ਹੋਈ ਫਾਈ। ਕਾਟੀ ਸਿਲਕ, ਹੈ ਸੱਚੇ ਸਤਿਗੁਰੂ ਜੀ ਤੁਸੀਂ ਕਿਰਪਾ ਕਰ ਦਿੱਤੀ ਹੈ, ਸਾਡੇ ਅੰਦਰੋਂ ਨਾ ਫਾਈ ਕੱਢ ਦਿੱਤੀ। ਭ੍ਰਮ ਮੋਹ ਕੀ, ਇਹ ਇੱਕ ਤਾਂ ਭਰਮ ਤੇ ਵਹਿਮ, ਆਪ ਜੀ ਨੇ ਸ਼ਬਦ ਸੁਣੇ ਹੋਣਗੇ। ਇਹ ਭਰਮ ਕੀ ਹੁੰਦਾ ਹੈ ਤੇ ਵਹਿਮ ਕੀ ਹੁੰਦਾ ਹੈ? ਭਰਮ ਦਾ ਅਰਥ ਹੁੰਦਾ ਜੋ ਹੋਵੇ ਉਹ ਅਸਲ ਨਾ ਹੋਵੇ, ਜੋ ਸਾਨੂੰ ਦਿਸੇ ਨਾ ਉਹ ਅਸਲ ਨਾ ਹੋਵੇ। ਜਿਵੇਂ ਇਹਦੇ ਲਈ ਦ੍ਰਿਸ਼ਟਾਂਤ ਦਿੱਤੇ ਜਾਂਦੇ ਨੇ ਵੀ ਹਨੇਰੇ ਦੇ ਵਿੱਚ ਰੱਸੀ ਹੈ ਜਿਹੜੀ ਉਹ ਸੱਪ ਦਿਸਣਾ, ਤੇ ਇਸ ਤਰ੍ਹਾਂ ਜਿਹੜੇ ਦ੍ਰਿਸ਼ਟਾਂਤ ਦਿੱਤੇ ਜਾਂਦੇ ਨੇ ਵੀ ਹਨੇਰੇ ਦੇ ਵਿੱਚ ਕੋਈ ਝਾੜੀ ਜਾਂ ਕੋਈ ਕਿਸੇ ਰੁੱਖ ਦਾ ਮੁੱਢ ਹੋਵੇ ਤੇ ਉਹ ਇਸ ਤਰ੍ਹਾਂ ਲੱਗੇ ਜਿਵੇਂ ਕੋਈ ਬੰਦਾ ਖੜਾ ਹੈ। ਭਾਵ ਜੋ ਅਸਲੀਅਤ ਹੈ ਉਹ ਨਹੀਂ, ਤੇ ਜੋ ਨਕਲ ਹੈ ਉਹਦੇ ਤੋਂ ਜੋ ਭਰਮ ਪੈਦਾ ਹੋ ਕੇ ਸਾਡੇ ਅੰਦਰ ਭੁਲੇਖਾ ਪੈ ਰਿਹਾ ਨਾ, ਉਹ ਜਿਹੜੀ ਚੀਜ਼ ਹੈ ਉਹ ਦਿਸਦੀ ਹੈ, ਉਹਨੂੰ ਭਰਮ ਆਖਦੇ ਨੇ। ਹੁਣ ਇੱਥੇ ਸਭ ਤੋਂ ਵੱਡਾ ਜਿਹੜਾ ਭਰਮ ਹੈ ਨਾ, ਉਹ ਭਰਮ ਇਹ ਹੈ ਕਿ ਸਾਨੂੰ ਇਹ ਭੁਲੇਖਾ ਪੈ ਰਿਹਾ ਵੀ ਅਸੀਂ ਇਸ ਦੁਨੀਆ ਦੇ ਅੰਦਰ ਆਏ ਹਾਂ ਤੇ ਬਸ ਸਾਰਾ ਕੁਝ ਇੱਥੇ ਹੀ ਹੈ। ਇਹ ਸਭ ਤੋਂ ਵੱਡਾ ਭਰਮ ਹੈ। ਇੱਥੇ ਅਸੀਂ ਨਹੀਂ ਰਹਿਣਾ, ਚਲੇ ਜਾਣਾ ਤੇ ਇੱਥੋਂ ਲੈ ਕੇ ਵੀ ਕੁਝ ਨਹੀਂ ਜਾਣਾ। ਇਹ ਭਰਮ ਜਿੱਦਣ ਨਿਕਲ ਗਿਆ ਸਾਡੇ ਅੰਦਰੋਂ ਤੇ ਫਿਰ ਅਸੀਂ ਸੱਚ ਦੇ ਨਾਲ ਜੁੜਾਂਗੇ। ਇਹ ਭਰਮ ਜਿਹੜੇ ਨੇ ਇਹ ਕੁਝ ਤਾਂ ਸਾਡੇ ਅੰਦਰ ਬਣਾਏ ਜਾਂਦੇ ਨੇ, ਉਹ ਇਸ ਵਾਸਤੇ ਵੀ ਕੁਝ ਇਸ ਤਰ੍ਹਾਂ ਦੀਆਂ ਪੁਰਾਣੀਆਂ ਕਿਰਿਆਵਾਂ ਸਨ ਜਿਨ੍ਹਾਂ ਕਰਕੇ ਨਾ ਇਹ ਸਾਨੂੰ ਭਰਮ ਦੇ ਵਿੱਚ ਵਹਿਮ ਦੇ ਵਿੱਚ ਪਾ ਕੇ ਤੇ ਉਹ ਕਿਰਿਆਵਾਂ ਤੋਂ ਸਾਨੂੰ ਰੋਕਿਆ ਜਾਂਦਾ। ਜਿਵੇਂ ਆਪ ਜੀ ਨੇ ਸੁਣਿਆ ਹੋਣਾ ਹੈ ਬਈ ਰਾਤ ਨੂੰ ਕੰਘਾ ਨਹੀਂ ਫੇਰਨਾ ਚਾਹੀਦਾ। ਕਿਉਂ ਨਹੀਂ ਫੇਰਨਾ ਚਾਹੀਦਾ? ਜੇ ਰਾਤ ਨੂੰ ਕੰਘਾ ਫੇਰੋਗੇ ਨਾ ਤੇ ਫਿਰ ਕੁੜੀਆਂ ਜ਼ਿਆਦਾ ਹੋਣਗੀਆਂ। ਕਈਆਂ ਥਾਵਾਂ ਤੇ ਇਹ ਵੀ ਵਹਿਮ ਹੈ ਵੀ ਰਾਤ ਨੂੰ ਮੰਜਾ ਨਾ ਜਿਹੜਾ ਇਹ ਨਹੀਂ ਕੱਸਣਾ ਚਾਹੀਦਾ। ਇਸ ਤਰ੍ਹਾਂ ਦੇ ਹੋਰ ਵੀ ਵਹਿਮ ਨੇ। ਜਿਹੜੀ ਝਾੜੂ ਹੈ ਬੌਕਰ ਹੈ ਜਿਹੜੀ, ਇਹਦਾ ਜਿਹੜਾ ਮੁੱਠਾ ਜਿੱਧਰੋਂ ਫੜ ਕੇ ਅਸੀਂ ਬੌਕਰ ਫੇਰਦੇ ਹਾਂ ਉਹ ਥੱਲੇ ਨੂੰ ਨਹੀਂ ਕਰਨਾ। ਭਾਵ ਬੌਕਰ ਦਾ ਮੂੰਹ ਉੱਪਰ ਨੂੰ ਕਰਕੇ ਤੇ ਮੁੱਠੇ ਵਾਲਾ ਪਾਸਾ ਥੱਲੇ ਨੂੰ ਕਰਕੇ ਕੰਧ ਦੇ ਨਾਲ ਨਹੀਂ ਖੜਾ ਕਰਨਾ। ਕਿਉਂ ਨਹੀਂ ਖੜਾ ਕਰਨਾ? ਇਹਦੇ ਨਾਲ ਘਰ ਵਿੱਚ ਬਿਮਾਰੀਆਂ ਪੈਂਦੀਆਂ ਨੇ। ਇਹ ਵਹਿਮ ਭਰਮ ਨੇ ਜਿਹੜੇ ਇਹ ਸਿਰਜੇ ਗਏ ਨੇ। ਤੇ ਸਿਰਜੇ ਕਿੰਨੇ ਨੇ? ਅਸੀਂ ਸਿਰਜੇ ਨੇ। ਤੇ ਇਹਨਾਂ ਦਾ ਸਿਰਜਣ ਦਾ ਕਾਰਨ ਕੀ ਸੀ? ਥੋੜਾ ਜਿਹਾ ਮੈਂ ਦੱਸਾਂਗਾ, ਜ਼ਿਆਦਾ ਨਹੀਂ, ਸਮਾਂ ਥੋੜਾ ਇਜਾਜ਼ਤ ਨਹੀਂ ਦੇ ਰਿਹਾ। ਇੱਕ ਦੋ ਗੱਲਾਂ ਦੇ ਨਾਲ ਹੀ ਆਪ ਜੀ ਨੂੰ ਸਮਝਾਉਣ ਦਾ ਯਤਨ ਕਰਾਂਗਾ। ਬੌਕਰ ਹੁੰਦੀ ਹੈ, ਝਾੜੂ ਹੁੰਦੀ ਹੈ, ਜਦੋਂ ਇਹਦਾ ਮੁੱਠਾ ਅਸੀਂ ਥੱਲੇ ਕਰ ਦਿੰਦੇ ਆ ਨਾ ਤੇ ਇਹ ਭਾਈ ਉਦੋਂ ਕੱਚੇ ਮਕਾਨ ਹੁੰਦੇ ਸਨ, ਲਿਬੜੀਆਂ ਹੁੰਦੀਆਂ ਸਨ ਤੇ ਹੌਲੀ ਹੌਲੀ ਜਿਹੜੀ ਮਿੱਟੀ ਹੈ ਨਾ ਉਹ ਥੱਲੇ ਆ ਜਾਂਦੀ ਸੀ। ਪਾਣੀ ਦੀ ਬੜੀ ਘਾਟ ਹੁੰਦੀ ਸੀ। ਹੱਥ ਧੋਣ ਦਾ ਜਿਹੜਾ ਸੀ ਇੰਨਾ ਰਿਵਾਜ ਨਹੀਂ ਸੀ। ਅੱਜ ਤੱਕ ਟੂਟੀ ਛੱਡੋ ਤੇ ਹੱਥ ਧੋ ਲਓ। ਨਲਕੇ ਵੀ ਨਹੀਂ ਹੋਇਆ ਕਰਦੇ ਸਨ। ਦੂਰ ਦਰਾਡਿਆਂ ਤੋਂ, ਛੱਪੜਾਂ ਚੋਂ ਜਾਂ ਖੂਹਾਂ ਤੋਂ ਪਾਣੀ ਲਿਆਇਆ ਜਾਂਦਾ ਸੀ। ਤੇ ਫਿਰ ਇਸ ਮਿੱਟੀ ਤੋਂ, ਇਸ ਝੂਠ ਤੋਂ ਬਚਣ ਦੇ ਲਈ ਇੱਕ ਵਹਿਮ ਪੈਦਾ ਕਰ ਦਿੱਤਾ ਵੀ ਜੇ ਤੁਸੀਂ ਬੌਕਰ ਨੂੰ ਉੱਪਰ ਨੂੰ ਰੱਖੋਗੇ ਤੇ ਬਿਮਾਰੀਆਂ ਲੱਗਣਗੀਆਂ। ਬਿਮਾਰੀਆਂ ਲੱਗਣੀਆਂ ਨਹੀਂ, ਜਦੋਂ ਸਾਰੀ ਗੰਦਗੀ ਜਿਹੜੀ ਮੁੱਠੇ ਨਾਲ ਆਣ ਕੇ ਲੱਗ ਗਈ ਤੇ ਅਸੀਂ ਉਹਨੂੰ ਪਕੜ ਲਿਆ, ਝਾੜੂ ਫੇਰ ਲਿਆ ਤੇ ਬਾਅਦ ਦੇ ਵਿੱਚ ਫਿਰ ਜਦੋਂ ਪ੍ਰਸ਼ਾਦਾ ਉਵੇਂ ਹੀ ਛਕ ਲਿਆ ਤੇ ਫਿਰ ਬਿਮਾਰੀਆਂ ਹੀ ਲੱਗਣੀਆਂ ਨੇ। ਇਸ ਤਰ੍ਹਾਂ ਹੌਲੀ ਹੌਲੀ ਜਿਹੜੇ ਨੇ ਨਾ ਇਹ ਵਹਿਮ ਭਰਮ ਇਹ ਸਿਰਜੇ ਗਏ ਸਨ ਵੀ ਸਮਾਜ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਨੇ। ਜਿਵੇਂ ਰਾਤ ਨੂੰ ਕੰਘਾ ਨਹੀਂ ਫੇਰਨਾ, ਉਦੋਂ ਲਾਈਟ ਨਹੀਂ ਸੀ ਹੋਇਆ ਕਰਦੀ, ਦੀਵਿਆਂ ਦੇ ਮਾੜੇ ਮੋਟੇ ਚਾਨਣ ਹੋਇਆ ਕਰਦੇ ਸਨ ਵੀ ਰਾਤ ਨੂੰ ਜਦੋਂ ਕੰਘਾ ਫੇਰਾਂਗੇ ਵਾਲ ਨੇ ਜਿਹੜੇ ਉਖੜੇ ਹੋਏ ਨੇ ਬਾਹਰ ਨਿਕਲਣਗੇ ਤੇ ਉਹ ਸਾਡੇ ਖਾਧਿਆ ਪਦਾਰਥਾਂ ਦੇ ਵਿੱਚ ਨਾ ਪੈ ਜਾਣ। ਹਨੇਰੇ 'ਚ ਕਿਹੜਾ ਦਿਸਣੇ, ਕਿਤੇ ਵਾਲ ਨਾ ਖਾਧਾ ਜਾਵੇ। ਸੋ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਸਿਰਜੀਆਂ ਗਈਆਂ ਨੇ। ਇਹਨਾਂ ਤੋਂ ਵਹਿਮ ਤੇ ਭਰਮ ਜਿਹੜਾ ਪੈਦਾ ਹੋਇਆ ਹੈ। ਇਸੇ ਤਰ੍ਹਾਂ ਇਹ ਬਿੱਲੀ ਰਾਹ ਕੱਟ ਗਈ ਤੇ ਛਿੱਕ ਮਾਰ ਗਈ ਜਾਂ ਗਧਾ ਬੋਲ ਗਿਆ, ਅੱਗੇ ਤੋਂ ਅੱਗੇ ਵਹਿਮ ਭਰਮ ਨੇ ਜਿਹੜੇ ਚੱਲ ਗਏ। ਹੈ ਕੁਝ ਵੀ ਨਹੀਂ, ਸਿਰਫ ਸਿਰਜੇ ਗਏ ਨੇ। ਤੇ ਸਿਰਜੇ ਕਿਉਂ ਗਏ ਸਨ? ਕਿਸੇ ਇੱਕ ਬਰਿਆਈ ਨੂੰ ਰੋਕਣ ਦੇ ਲਈ, ਕਿਸੇ ਹੋਰ ਬਰਿਆਈ ਦੇ ਨਾਲ ਜੋੜ ਦੇਣਾ ਵੀ ਜੇ ਤੂੰ ਇਹ ਕਰੇਂਗਾ ਤੇ ਤੇਰੇ ਨਾਲ ਇਹ ਹੋਏਗਾ। ਸੋ ਇੱਥੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਕਾਟੀ ਸਿਲਕ ਭਰਮ ਕੀ। ਇਸੇ ਤਰ੍ਹਾਂ ਸਾਡੇ ਅੰਦਰ ਇੱਕ ਵਹਿਮ ਪੈ ਗਿਆ, ਇੱਕ ਭਰਮ ਪੈ ਗਿਆ ਹੈ। ਤੇ ਇਹ ਭਰਮ ਪੈਂਦਾ ਕਿਵੇਂ ਵੇ? ਇਹ ਭਰਮ ਇਸ ਤਰ੍ਹਾਂ ਪੈਂਦਾ, ਇੱਕ ਬੱਚੀ ਏ, ਇਹਨਾਂ ਨੇ ਘਰ ਦੇ ਵਿੱਚ ਬਿੱਲੀ ਰੱਖੀ ਹੋਈ ਏ ਤੇ ਪਹਿਲੂ ਸਮਾਂ ਸੀ ਜਿਹੜਾ ਉਦੋਂ ਦੁੱਧ ਸੀ ਜਿਹੜਾ ਸਰਾਣੇ ਜਮਾਇਆ ਜਾਂਦਾ ਸੀ। ਸਾਡੇ ਕੋਲ ਇੰਨੇ ਜ਼ਿਆਦਾ ਇੰਤਜ਼ਾਮ ਨਹੀਂ ਸਨ ਕਿ ਅਸੀਂ ਇਹਨਾਂ ਦੀ ਰਾਖੀ ਕਰ ਸਕੀਏ ਤੇ ਸਰਾਣੇ ਦੁੱਧ ਜਮਾਇਆ ਜਾਂਦਾ। ਉਹ ਇਸ ਵਾਸਤੇ ਵੀ ਕੋਈ ਉਪਰਾ ਕੁੱਤਾ ਬਿੱਲਾ ਆ ਗਿਆ ਤੇ ਉਹ ਸਾਨੂੰ ਖੜਕੇ ਦੇ ਨਾਲ ਪਤਾ ਲੱਗ ਜਾਏਗਾ। ਹੁਣ ਇਹ ਬੱਚੀ ਨੂੰ ਇਹਦੀ ਮੰਮੀ ਕਹਿੰਦੀ ਹੈ ਚੱਲ ਬਿੱਲੀ ਨੂੰ ਨਾ
ਟੋਕਰੇ ਦੇ ਥੱਲੇ ਦੇ, ਟੋਕਰੇ ਦੇ ਥੱਲੇ ਬਿੱਲੀ ਦਵੇਂਗੀ ਤੇ ਫਿਰ ਦੁੱਧ ਜੰਮੇਗਾ। ਹੁਣ ਹਰ ਰੋਜ਼ ਦੀ ਇੱਕ ਗੱਲ ਏ ਜਿਹੜੀ ਬੱਚੀ ਦੇ ਜੀਨ ਦੇ ਵਿੱਚ ਉਤਰ ਗਈ ਵੀ ਜੇ ਬਿੱਲੀ ਨੂੰ ਟੋਕਰੇ ਥੱਲੇ ਦੇਵਾਂਗੇ ਤੇ ਫਿਰ ਦੁੱਧ ਜੰਮੇਗਾ, ਨਹੀਂ ਤਾਂ ਦੁੱਧ ਨਹੀਂ ਜੰਮੇਗਾ। ਹੁਣ ਇਹ ਵਿਆਹੀ ਗਈ ਏ, ਜਦੋਂ ਵਿਆਹੀ ਗਈ ਏ ਸਹੁਰਿਆਂ ਦੇ ਘਰੇ ਗਈ ਏ ਤੇ ਉੱਥੇ ਜਾ ਕੇ ਇਹਦੀ 2-4-10 ਦਿਨਾਂ ਬਾਅਦ ਹੁਣ ਘਰ ਦੀ ਜ਼ਿੰਮੇਵਾਰੀ ਆਈ ਤੇ ਇਹਦੀ ਸੱਸ ਕਹਿੰਦੀ ਏ ਪੁੱਤਰ ਇਸ ਤਰ੍ਹਾਂ ਕਰ, ਅੱਜ ਦੁੱਧ ਤੂੰ ਜਮਾ ਦੇ। ਇਹ ਕਹਿੰਦੀ ਬੇਬੇ ਜੀ ਪਹਿਲੂ ਦੱਸੋ ਬਿੱਲੀ ਕਿੱਥੇ ਹੈ, ਮੈਂ ਉਹਨੂੰ ਟੋਕਰੇ ਥੱਲੇ ਦੇਵਾਂ ਤੇ ਫਿਰ ਦੁੱਧ ਜੰਮਾ। ਇਹ ਹੁਣ ਇਹਦੇ ਅੰਦਰ ਸੰਸਕਾਰ ਬਣ ਗਿਆ, ਕਿਉਂਕਿ ਨਿੱਕੀ ਹੁੰਦੀ ਤੋਂ ਇੱਕ ਗੱਲ ਹੈ ਜਿਹੜੀ ਉਹ ਰੋਜ਼-ਰੋਜ਼ ਦੁਹਰਾਈ ਜਾਣ ਕਰਕੇ ਨਾ ਅੰਦਰ ਉਹ ਗੱਲ ਦਾ ਜੀਨ ਹੋ ਗਿਆ ਵੀ ਜੇ ਬਿੱਲੀ ਟੋਕਰੇ ਥੱਲੇ ਦਿੱਤੀ ਜਾਏਗੀ ਤੇ ਦੁੱਧ ਤਾਂ ਹੀ ਜੰਮੇਗਾ। ਇਸੇ ਤਰ੍ਹਾਂ ਵੇਖਿਆ ਗਿਆ ਹੁਣ ਤੱਕ ਲੋਕੀ ਆਖਦੇ ਰਹੇ ਨਿੱਕੇ ਨਿੱਕੇ ਬੱਚੇ ਜਦੋਂ ਨਹੀਂ ਸੰਨਣ ਨਹਾਇਆ ਕਰਦੇ ਉਹਨਾਂ ਨੂੰ ਫੜ ਕੇ ਆਖਿਆ ਜਾਂਦਾ ਸੀ ਨਹਾਲਾ ਨਹੀਂ ਤਾਂ ਹਊ ਆ ਜਾਣੀ ਹੈ। ਹੁਣ ਹਊ ਕੀ ਇਹ ਕੁਝ ਵੀ ਨਹੀਂ ਹੈਗਾ, ਸਿਰਫ ਬੱਚੇ ਨੂੰ ਇੱਕ ਡਰਾ ਕੇ ਨਵਾਉਣ ਦਾ ਇੱਕ ਸਾਧਨ ਸੀ। ਸੋ ਇਸ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਸਿਰਜੀਆਂ ਜਾਂਦੀਆਂ ਨੇ, ਇਹਨਾਂ ਨੂੰ ਭਰਮ ਆਖਿਆ ਜਾਂਦਾ, ਇਹਨਾਂ ਨੂੰ ਵਹਿਮ ਆਖਿਆ ਜਾਂਦਾ ਹੈ। ਤੇ ਬਾਅਦ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਇਹ ਇਸ ਤਰ੍ਹਾਂ ਹੋ ਜਾਂਦੇ ਨੇ ਜਿਵੇਂ ਕਿਸੇ ਲੱਕੜ ਦੇ ਵਿੱਚ ਕਿੱਲ ਲਾ ਦਈਏ ਤੇ ਫਿਰ ਉਹ ਪੱਟਣਾ ਬੜਾ ਮੁਸ਼ਕਲ ਹੋ ਜਾਂਦਾ, ਸਮਾਜ ਨੂੰ ਇਹਦੇ ਨਾਲੋਂ ਤੋੜਨਾ ਬੜਾ ਔਖਾ ਹੋ ਜਾਂਦਾ ਹੈ। ਦਾਸ ਨੇ ਵੇਖਿਆ ਕਈ ਵਾਰੀ ਕੋਈ ਵਕਤਾ ਕਥਾ ਕਰ ਰਿਹਾ ਹੁੰਦਾ ਨਾ, ਕਥਾ ਵਾਚਕ ਜਿਹੜਾ ਉਹ ਵੀ ਵਹਿਮ ਤੇ ਭਰਮ ਤੋਂ ਦੂਰ ਕਰ ਰਿਹਾ ਹੁੰਦਾ ਦੂਜਿਆਂ ਨੂੰ, ਪਰ ਆਪ ਉਹ ਵਹਿਮ ਤੇ ਭਰਮ ਦੇ ਵਿੱਚ ਹੀ ਲੱਗਾ ਹੁੰਦਾ ਹੈ। ਜਿਵੇਂ ਮੈਨੂੰ ਥੋੜਾ ਨਾਂ ਭੁੱਲ ਗਿਆ, ਉਹਨਾਂ ਨੇ ਨਾ ਇੱਕ ਵਹਿਮ ਤੇ ਭਰਮ ਤੇ ਕਿਤਾਬ ਲਿਖੀ ਏ ਜਦੋਂ ਤੇ ਘਰੋਂ ਜਦੋਂ ਤੁਰੇ ਨੇ ਨਾ ਰੁਮਾਲ ਭੁੱਲ ਗਏ ਨੇ ਤੇ ਮਗਰੋਂ ਇਹਦੀ ਘਰ ਦੀ ਨੇ ਆਵਾਜ਼ ਮਾਰਤੀ ਏ, ਕਹਿੰਦੀ ਜੀ ਰੁਮਾਲ ਤਾਂ ਤੁਸੀਂ ਅੱਜ ਘਰੇ ਹੀ ਭੁੱਲ ਗਏ ਹੋ। ਮੈਂ ਫਿਰ ਇੱਕ ਵਾਰੀ ਦੁਹਰਾਵਾਂ ਤਾਂ ਕਿ ਗੱਲ ਦੀ ਸਮਝ ਆ ਜਾਵੇ, ਮੈਨੂੰ ਨਾ ਭੁੱਲ ਗਿਆ। ਭਾਈ ਸਾਹਿਬ ਜੀ ਦਾ ਇਹਨੇ ਇੱਕ ਕਿਤਾਬ ਲਿਖੀ ਵਹਿਮ ਤੇ ਭਰਮ ਤੇ, ਵਹਿਮ ਤੇ ਭਰਮ ਦਾ ਬੜਾ ਖੰਡਨ ਕੀਤਾ ਇਸਨੇ, ਬੜਾ ਵੱਡਾ ਗ੍ਰੰਥ ਲਿਖ ਦਿੱਤਾ ਹੈ। ਪਰ ਘਰੋਂ ਜਦੋਂ ਤੁਰਿਆ ਤੇ ਰੁਮਾਲ ਭੁੱਲ ਗਿਆ, ਮਗਰੋਂ ਘਰ ਦੀ ਨੇ ਆਵਾਜ਼ ਮਾਰਤੀ, ਕਹਿੰਦੀ ਜੀ ਰੁਮਾਲ ਭੁੱਲ ਗਏ, ਰੁਮਾਲ ਲੈ ਜਾਓ। ਤੇ ਹੁਣ ਇਹ ਸਾਡੇ ਅੰਦਰ ਇੱਕ ਵਹਿਮ ਬਣਾਇਆ, ਜਦੋਂ ਅਸੀਂ ਕੰਮ ਤੇ ਜਾਈਏ ਮਗਰੋਂ ਕੋਈ ਆਵਾਜ਼ ਮਾਰ ਦੇਵੇ ਤੇ ਫਿਰ ਉਹ ਕੰਮ ਨਹੀਂ ਹੁੰਦਾ। ਤੇ ਇਹ ਔਖਾ ਜੋ ਕੇ ਕਹਿੰਦਾ ਕਿਤਾਬ ਮੇਰੀ ਖੇ ਸੀਰੀਅਲ, ਇੱਕ ਕਿਤਾਬ ਮੇਰੀ ਜਿਹੜੀ ਇਹ ਖੇ ਛਾਪੀ ਜਾਣੀ ਹੈ, ਕੀ ਖੇ ਚੱਲਣੀ ਹੈ, ਕੀ ਵਿਕਣੀ ਹੈ, ਤੂੰ ਮਗਰੋਂ ਆਵਾਜ਼ ਮਾਰਤੀ। ਹੁਣ ਵੇਖੋ ਜਿਹਨੇ ਲਿਖਿਆ ਹੈ ਨਾ ਵਹਿਮ ਤੇ ਭਰਮ ਦਾ ਖੰਡਨ ਕੀਤਾ, ਉਹ ਆਪ ਵਹਿਮ ਤੇ ਭਰਮ ਕਰ ਰਿਹਾ। ਇਹ ਸਾਡੇ ਖੂਨ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਜਰਮ ਬਣ ਗਿਆ ਜਿਹਨੂੰ ਕੱਢਣਾ ਬੜਾ ਔਖਾ ਹੋ ਗਿਆ। ਪਰ ਜੇ ਗੁਰੂ ਕਿਰਪਾ ਕਰੇ ਨਾ, ਕਾਟੀ ਸਿਲਕ ਭਰਮ ਮੋਹ ਕੀ, ਜੇ ਗੁਰੂ ਕਿਰਪਾ ਕਰੇ ਜੋ ਸਾਡੇ ਅੰਦਰ ਭਰਮ ਬਣਿਆ ਨਾ ਮੋਹ ਦਾ, ਇੱਥੇ ਮੋਹ ਦੀ ਗੱਲ ਕੀਤੀ ਤਾਂ ਮੈਨੂੰ ਥੋੜਾ ਜਿਹਾ ਵਿਸਥਾਰ ਦੇ ਵਿੱਚ ਇਹ ਮੋਹ ਦਾ ਭਰਮ ਕੀ ਏ, ਜੇ ਮੈਂ ਘਰੇ ਨਾ ਗਿਆ ਤੇ ਆਹ ਕੰਮ ਹੈ ਜਿਹੜਾ ਮੇਰੇ ਬਿਨਾ ਹੋਣਾ ਹੀ ਨਹੀਂ। ਹੁਣ ਮੋਹ ਜਿਹੜਾ ਉਹ ਘਰ ਦੇ ਨਾਲ ਏ, ਜੇ ਮੈਂ ਇੱਥੇ ਆਹ ਕੰਮ ਨਾ ਕੀਤਾ ਨਾ ਤੇ ਇਹ ਨਹੀਂ ਹੋਣਾ, ਇਹ ਮੋਹ ਦਾ ਭਰਮ ਹੈ। ਜੇ ਮੈਂ ਨਾ ਹੁੰਦਾ ਤੇ ਮੇਰੇ ਬੱਚੇ ਸੀ ਜਿਹੜੇ ਉਹਨਾਂ ਨੇ ਨਹੀਂ ਪੜ੍ਹਨੇ, ਹੁਣ ਜਿਨ੍ਹਾਂ ਦੇ ਬੱਚੇ ਤੋਂ ਮਾਂ ਪਿਓ ਦਾ ਸਾਇਆ ਉੱਠ ਜਾਂਦਾ, ਪੜ੍ਹ ਉਹ ਵੀ ਜਾਂਦੇ ਨੇ, ਪਾਲ ਉਹ ਵੀ ਜਾਂਦੇ ਨੇ। ਪਰ ਸਾਡੇ ਅੰਦਰ ਜਿਹੜਾ ਮੋਹ ਹੈ ਉਹ ਮੋਹ ਪਰਿਵਾਰ ਦਾ ਜਾਂ ਹੋਰ ਸਾਧਨਾਂ ਦਾ ਹੈ, ਉਹਦੇ ਨਾਲ ਭਰਮ ਬਣ ਜਾਂਦਾ ਹੈ ਵੀ ਜੇ ਮੈਂ ਆ ਨਾ ਕੀਤਾ, ਜੇ ਮੈਂ ਨਾ ਹੋਇਆ ਤੇ ਇਸ ਤਰ੍ਹਾਂ ਹੋ ਜਾਣਾ। ਹੁਣ ਗੁਰੂ ਜੀ ਰਹਿਮਤ ਕਰਦੇ ਨੇ, ਕਾਟੀ ਸਿਲਕ ਭਰਮ ਮੋਹ ਕੀ, ਜਦੋਂ ਗੁਰੂ ਕਿਰਪਾ ਕਰਦਾ ਮੋਹ ਦਾ ਜਿਹੜਾ ਸਾਡੇ ਅੰਦਰ ਭਰਮ ਬਣਿਆ ਹੋਇਆ ਹੈ ਇਹ ਫਾਈ ਕੱਟੀ ਜਾਂਦੀ ਹੈ ਤੇ ਫਿਰ ਸੱਚੇ ਸਤਿਗੁਰ ਦੀ ਸਾਡੇ ਤੇ ਕਿਰਪਾ ਹੁੰਦੀ ਹੈ ਜੀ। ਮਤ ਕੋਈ ਜਾਣੋ ਅਬਰ ਕਛ ਸਭ ਪ੍ਰਭ ਕੈ ਹਾਥ। ਹੁਣ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਉਸੇ ਮੋਹ ਦੇ ਭਰਮ ਦਾ ਅੱਗੇ ਹੋਰ ਖੁਲਾਸਾ ਕਰਦੇ ਨੇ ਵੀ ਮਤਾ ਅਸੀਂ ਕੁਝ ਜਾਣ ਲਈਏ ਵੀ ਅਸੀਂ ਕੁਝ ਕਰਦੇ ਹਾਂ। ਜਿਵੇਂ ਕੋਈ ਬਜ਼ੁਰਗ ਹੋਵੇ ਨਾ, ਉਹ ਆਖੇ ਵੀ ਜੇ ਮੈਂ ਖੇਤ ਨਾ ਗਿਆ ਤੇ ਹੋ ਸਕਦਾ ਖੇਤ ਦਾ ਨੁਕਸਾਨ ਹੋ ਜਾਵੇ। ਤੇ ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਮਤ ਕੋਈ ਜਾਣੋ ਅਵਰ ਕਛ ਸਭ ਪ੍ਰਭ ਕੇ ਹੱਥ, ਉਹ ਪ੍ਰਭੂ ਪਰਮਾਤਮਾ ਦੇ ਹੱਥ। ਹੋ ਸਕਦਾ ਤੈਨੂੰ ਉੱਥੇ ਗਏ ਨੂੰ ਨੀਂਦ ਆ ਜਾਏ ਤੇ ਫਿਰ ਵੀ ਨੁਕਸਾਨ ਹੋ ਜਾਵੇ। ਜੇ ਪਰਮਾਤਮਾ ਨੇ ਨੁਕਸਾਨ ਹੀ ਕਰਨਾ ਹੈ ਤੇ ਉੱਥੇ ਅੱਖ ਵੀ ਲੱਗ ਜਾਂਦੀ ਹੈ, ਫਿਰ ਵੀ ਨੁਕਸਾਨ ਹੋ ਸਕਦਾ ਹੈ। ਮਤ ਕੋਈ ਜਾਣੋ ਅਵਰ ਕਛ, ਗੁਰੂ ਮਹਾਰਾਜ ਜੀ ਰਹਿਮਤ ਕਰੇ ਮਤਾ ਅਸੀਂ ਜਾਣੀਏ ਵੀ ਹੋਰ ਵੀ ਕੁਝ ਕਰ ਸਕਦਾ, ਸਭ ਪ੍ਰਭ ਕੇ ਹੱਥ। ਇਹ ਜਿੰਨਾ ਕੁਝ ਇਹਨਾਂ ਸਾਰਾ ਪ੍ਰਭੂ ਪਰਮਾਤਮਾ ਦੇ ਹੱਥ ਹੈ। ਜਦੋਂ ਅਸੀਂ ਪਰਮਾਤਮਾ ਦੇ ਹੱਥ ਸਮਝਾਂਗੇ ਤੇ ਫਿਰ ਸਾਡੇ ਅੰਦਰ ਜਿਹੜਾ ਮੋਹ ਦਾ ਭਰਮ ਹੈ ਇਹ ਟੁੱਟ ਜਾਵੇਗਾ ਜੀ। ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ। ਅੱਗੇ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਸਾਰੇ ਸੁੱਖ ਨੇ ਜਿਹੜੇ ਇਹ ਭਾਈ ਪ੍ਰਾਪਤ ਹੋ ਜਾਂਦੇ ਨੇ ਜਦੋਂ ਅਸੀਂ ਧੰਨ ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਹੈ ਜਿਹੜੀ
ਇਹ ਸੰਤ ਸਰੂਪੇ ਤੇ ਸੰਗਤ ਦੇ ਵਿੱਚ ਆਣ ਕੇ ਗੁਰਬਾਣੀ ਦੇ ਸੰਗ ਅਸੀਂ ਜੁੜਦੇ ਹਾਂ, ਗੁਰਬਾਣੀ ਦੇ ਨਾਲ ਜੁੜਦੇ ਹਾਂ, ਫਿਰ ਸਾਰੇ ਪ੍ਰਕਾਰ ਦੇ ਸੁੱਖ ਸਾਨੂੰ ਪ੍ਰਾਪਤ ਹੋ ਜਾਂਦੇ ਨੇ। ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਸੱਚੇ ਸਤਿਗੁਰ ਸਾਡੇ ਤੇ ਵੀ ਕਿਰਪਾ ਕਰਨ, ਸਾਡੇ ਅੰਦਰੋਂ ਵੀ ਮੋਹ ਦਾ ਜਿਹੜਾ ਭਰਮ ਬਣਿਆ ਹੋਇਆ ਵੀ ਜੇ ਪਰਿਵਾਰ ਵਿੱਚ ਮੈਂ ਨਾ ਹੋਇਆ ਤੇ ਪਤਾ ਨਹੀਂ ਕੀ ਹੋ ਜਾਵੇਗਾ, ਇਹ ਮੋਹ ਦੀ ਸੰਗਲੀ ਹੈ ਜਿਹੜੀ, ਮੋਹ ਦੀ ਸਿਲਕ ਫਾਈ ਹੈ ਜਿਹੜੀ, ਇਹ ਕੱਟੀ ਜਾਵੇ ਤੇ ਅਸੀਂ ਵੀ ਧੰਨ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰ ਲਈਏ। ਦੇਹੋ ਸੱਜਣ ਆਸੀਸੜੀਆ ਜੋ ਹੋਵੇ ਸਾਹਿਬ ਸਿਉ ਮੇਲ। ਮਤ ਕੋਈ ਜਾਨੋ ਆਵਰ